Good morning plus one class. Today topic is to study the position time graph uniform motion. So uniform motion बेटा वो जो uniform motion का मतलब ये होंदा जो कोई बॉडी इक्वल डिस्टेंस ट्रैवल करती है इन इक्वल इंटरवल ऑफ टाइम सेम समय ਦੇ ਵਿੱਚ सेम डिस्टेंस ट्रैवल करे ਉਹ यूनिफॉर्म मोशन होंदा। सो ਆਪਾਂ ਅੱਜ पोजीशन टाइम ग्राफ बनाना। सो ग्राफिक फॉर्म करांगे थोड़ी जी। सो देखते हैं की कहता। सो टू स्टडी द पोजीशन टाइम ग्राफ ऑफ अ यूनीफॉर्म मोशन लैट अस कंसीडर एन ऑब्जेक्ट। ਆਪਾਂ एक ऑब्जेक्ट कंसीडर कर लिया। ऑब्जेक्ट ਤੁਹਾਡੀ कार हो सकती है मूविंग अलोंग ए स्ट्रेट लाइन ਦੇ ਨਾਲ ਜਾ ਰਹੀ। मान लो कि ਉਹਦੀ एक कॉन्स्टेंट वेलोसिटी है 15 मीटर पर सेकेंड, ठीक है, 15 मीटर पर सेकेंड ਉਹਦੀ एक कॉन्स्टेंट वेलोसिटी। सपोज डैट एट ए टाइम t इज इक्वल टू 0, t0 है, द डिसप्लेसमेंट ऑफ द ऑब्जेक्ट इज 10 मीटर। आप मान लिया डिसप्लेसमेंट कितनी है 10 मीटर है फ्रॉम द ओरिजन का मतलब जितों स्टार्ट हो रहा। इफ एक्स नोट रिप्रजेंट द डिसप्लेसमेंट ऑफ द ऑब्जेक्ट, जे एक्स नोट अपने को डिसप्लेसमेंट रिप्रजेंट करती है, इहदा मतलब डिसप्लेसमेंट की वैल्यू आ गई 10 मीटर। टाइम कितना सीगा उदों 0। मैथमेटिकली आप लिख लिया वैन टी इज इक्वल टू 0 तो डिसप्लेसमेंट कितनी होगी 10 होगी। ਹੁਣ ਉਸ ਤੋਂ ਬਾਅਦ ਕੀ ਲਿਖਦਾ ਪੁੱਤਰ, ਉਸ ਤੋਂ ਬਾਅਦ ਉਹ ਲਿਖ ਰਿਹਾ ਕਿ ਜੇ ਇੱਥੇ ਐਟ ਦਾ ਟਾਈਮ t ਇਜ਼ ਇਕੁਅਲ ਟੂ 1 ਸੈਕਿੰਡ, ਜਦੋਂ ਟਾਈਮ ਆਪਣੇ ਕੋਲ 1 ਸੈਕਿੰਡ ਹੋ ਜਾਏਗਾ ਦ ਡਿਸਪਲੇਸਮੈਂਟ ਵਿਲ ਬੀ, ਡਿਸਪਲੇਸਮੈਂਟ ਕੀ ਨਹੀਂ ਹੋਏਗੀ ਆਬਜੈਕਟ ਦੀ। ਹੁਣ ਬਈ ਕਹਿੰਦਾ 10 + 15 ਮੀਟਰ ਹੋਰ ਹੋਗੀ, ਕਿੰਨੀ ਬਣ ਗਈ 25 ਮੀਟਰ। ਸਿਮਿਲਰਲੀ ਕਹਿੰਦਾ ਡਿਸਪਲੇਸਮੈਂਟ ਆਫ ਦ ਪੋਜੀਸ਼ਨ ਟਾਈਮ ਗ੍ਰਾਫ 2 ਸੈਕਿੰਡ ਦੇ ਵਿੱਚ ਕਿੰਨੀ ਆ ਜਾਏਗੀ, ਸੈਕਿੰਡ ਦੇ ਵਿੱਚ, ਥਰਡ ਸੈਕਿੰਡ ਦੇ ਵਿੱਚ ਉਹ ਨੀਚੇ ਲਿਖ ਰੱਖੀ। ਦੇਖੋ 0 ਟਾਈਮ ਤੇ 10 ਸੀਗੀ, 1 ਤੇ ਕਿੰਨੀ ਆ ਗਈ 25, ਕਿੰਨਾ ਵਧਿਆ 15, 2 ਸੈਕਿੰਡ ਤੇ ਫਿਰ ਕਿੰਨਾ ਵੱਧ ਗਿਆ 15 ਹੋਰ ਵੱਧ ਗਿਆ ਇਹਦੇ 'ਚ, ਯਾਨੀ ਕਿ ਯੂਨੀਫਾਰਮ ਹੀ ਚੱਲਦਾ ਪਿਆ। 40 ਮੀਟਰ ਤੇ ਪਹੁੰਚ ਗਿਆ। ਉਸ ਤੋਂ ਬਾਅਦ ਪੁੱਤਰ 3 ਤੇ ਫਿਰ 15 ਐਡ ਕਰ ਦਿਓ 55 ਹੋ ਗਿਆ। ਉਸ ਤੋਂ ਬਾਅਦ 4 ਤੇ ਫਿਰ 15 ਐਡ ਕਰ ਦਿਓ 70 ਹੋ ਗਿਆ। ਇਹ ਸੋਹਣ ਬਣ ਗਿਆ। ਹੁਣ ਆਪਾਂ ਗ੍ਰਾਫਿਕ ਫਾਰਮ ਦੀ ਗੱਲ ਕਰਦੇ ਹਾਂ। ਗ੍ਰਾਫਿਕ ਫਾਰਮ ਵਿੱਚ ਅਲੋਂਗ ਦਾ ਐਕਸ ਐਕਸਿਸ ਆ, ਐਕਸ ਐਕਸਿਸ ਦੇ ਆਪਣੇ ਕੋਲ ਹੈਗਾ ਟਾਈਮ ਐਂਡ ਅਲੋਂਗ ਦਾ ਵਾਈ ਐਕਸਿਸ ਆਪਣੇ ਕੋਲ ਹੈਗੀ ਹੈ ਪੋਜੀਸ਼ਨ ਇਨ ਮੀਟਰ ਦੇ ਵਿੱਚ। ਸੋ ਆਪਾਂ ਦੇਖਿਆ ਜਦੋਂ ਤੋਂ ਟਾਈਮ 0 ਸੀਗਾ ਆਬਜੈਕਟ ਕਿੱਥੇ ਸੀਗਾ 10 ਮੀਟਰ ਦੇ ਉੱਤੇ ਖੜਾ ਸੀ, ਠੀਕ। ਜਦੋਂ ਟਾਈਮ 1 ਸੈਕਿੰਡ ਹੋਇਆ ਉਦੋਂ ਪੁੱਤਰ ਉਹ ਕਿੱਥੇ ਪਹੁੰਚ ਗਿਆ ਸੀਗਾ 25 ਤੇ। ਇੱਥੇ ਬੰਨਾ ਕ੍ਰੋਸ, ਇੱਥੋਂ ਦੇਖਿਆ ਜਾਵੇ ਗ੍ਰਾਫ ਇੱਥੇ ਬੰਨਾ ਕਰੋਸਪੋਂਡਿੰਗ ਇੱਥੇ, ਠੀਕ ਹੈ, ਇੱਥੇ ਪੁਆਇੰਟ ਆਉਂਦਾ। ਉਸ ਤੋਂ ਬਾਅਦ ਬੇਟਾ ਜੀ 2 ਦੇ ਉੱਪਰ 40 ਤੇ ਪਹੁੰਚ ਗਿਆ। ਇਹ ਗ੍ਰਾਫ ਬਣਾਉਣਾ ਸਭ ਨੂੰ ਆਉਂਦਾ ਹੋਏਗਾ ਹੋਪ ਸੋ ਇਹ ਇੱਦਾਂ ਆਪਾਂ ਇੱਕ ਗ੍ਰਾਫ ਡਰਾ ਕਰਤਾ। ਇਸ ਗ੍ਰਾਫ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਆਪਣੇ ਕੋਲ ਇੱਕ ਗ੍ਰਾਫ ਜਿਹੜਾ ਹੈ ਉਹ ਬਿਲਕੁਲ ਸਟ੍ਰੇਟ ਜਾ ਰਿਹਾ, ਠੀਕ ਹੈ, ਉੱਪਰ ਨੂੰ ਜਾ ਰਿਹਾ, ਸਿੱਧਾ ਹੀ ਲੀਨੀਅਰਲੀ ਇਨਕਰੀਜ਼ ਕਰ ਰਿਹਾ। ਸੋ ਇਹ ਦੱਸ ਰਿਹਾ ਕਿ ਜਿਹੜਾ ਮੋਸ਼ਨ ਹੈ ਆਪਣੇ ਕੋਲ ਯੂਨੀਫਾਰਮ ਮੋਸ਼ਨ ਹੈ। ਇਹਨੂੰ ਦੇਖਣ ਵਾਸਤੇ ਆਪਾਂ ਵੀ ਕੀ ਕਰ ਸਕਦੇ ਹਾਂ, ਆਪਾਂ 2 ਪੁਆਇੰਟ ਕੋਈ ਕੰਸੀਡਰ ਕਰ ਸਕਦੇ ਹਾਂ। ਇਹਨਾਂ ਪੁਆਇੰਟਸ ਦੇ ਵਿੱਚੋਂ ਹੀ ਆਪਾਂ ਕੋਈ 2 ਪੁਆਇੰਟ ਕੰਸੀਡਰ ਕਰ ਸਕਦੇ ਹਾਂ, ਇੱਕ A ਮੰਨ ਲਿਆ, ਇੱਕ B ਮੰਨ ਲਿਆ। ਉੱਥੇ ਬੇਟਾ ਜੀ ਆਪਾਂ ਨੂੰ ਪਤਾ ਕਿ A ਵਾਸਤੇ ਜਿਹੜਾ ਟਾਈਮ ਹੈ ਉਹ T ਹੈ, B ਵਾਸਤੇ ਜਿਹੜਾ ਟਾਈਮ ਹੈ ਉਹ T' ਮੰਨ ਲਿਆ। ਸੋ ਟਾਈਮ ਡਿਫਰੈਂਸ ਵੀ ਆ ਗਿਆ। ਸੋ ਆਹ ਪੋਜੀਸ਼ਨ ਆਪਾਂ ਡਿਸਟੈਂਸ ਡਿਸਪਲੇਸਮੈਂਟ ਦੀ ਕੱਢ ਲਾਂਗੇ ਤੇ ਕਰੋਸਪੋਂਡਿੰਗ ਆਪਣੇ ਕੋਲ ਸਲੋਪ ਨਿਕਲ ਆਏਗਾ। ਸਲੋਪ ਆਫ ਦਾ ਗ੍ਰਾਫ ਆਪਾਂ ਜੇ ਪਤਾ ਕਰਨਾ ਹੋਵੇ ਉਹ ਆਪਣੇ ਕੋਲ ਬਣੇਗਾ BC/AC। ਸਲੋਪ ਆਫ ਗ੍ਰਾਫ ਦਾ ਮਤਲਬ ਹੁੰਦਾ ਹੈ tan of theta, that is the slope of the graph। ਸਲੋਪ ਨੂੰ ਆਪਾਂ ਲਿਖ ਦਿੰਦੇ ਹਾਂ tan theta। tan theta ਆਪਣੇ ਕੋਲ ਹੁੰਦਾ P/B, ਪਰਪੈਂਡੀਕੂਲਰ ਬਾਈ ਬੇਸ। ਇਸ ਟ੍ਰਾਇੰਗਲ ਦੀ ਗੱਲ ਕਰੀਏ, ਇੱਥੇ ਐਂਗਲ ਆਪਾਂ ਮੰਨ ਲੈਂਦੇ ਥੀਟਾ, ਦਿਸ ਐਂਗਲ ਇਜ਼ ਏ ਥੀਟਾ। ਸੋ ਇਨ ਟ੍ਰਾਇੰਗਲ ABC ਆਪਾਂ ਗੱਲ ਕਰੀਏ ਆਹ ਪਰਪੈਂਡੀਕੂਲਰ ਹੈ, ਯਾਨੀ ਕਿ BC ਆਪਣੇ ਕੋਲ ਕੀ ਹੋਇਆ ਪਰਪੈਂਡੀਕੂਲਰ ਆ ਗਿਆ ਐਂਡ AC ਆਪਣੇ ਕੋਲ ਕੀ ਬਣਿਆ ਬੇਸ ਆ ਗਿਆ। ਹੁਣ BC ਦੀ ਵੈਲਿਊ ਵੇਖਿਆ ਜਾਵੇ ਤਾਂ ਉਹ ਹੈਗੀ ਆਪਣੇ ਕੋਲ x' - x। ਇੱਥੇ ਕਹਿਣ ਦਾ ਮਤਲਬ ਹੈ ਕਿ ਜਦੋਂ B ਪੁਆਇੰਟ ਤੇ ਆ ਤੇ ਉਹਦੀ ਪੋਜੀਸ਼ਨ ਕੀ ਹੈਗੀ ਹੈ x' ਹੈ, ਤੇ ਜਦੋਂ A ਪੁਆਇੰਟ ਤੇ ਹੈ ਤਾਂ ਕੀ ਪੋਜੀਸ਼ਨ ਹੈ x ਹੈ। ਇਹਨਾਂ ਦੋਵਾਂ ਦਾ ਡਿਫਰੈਂਸ ਕੀ ਬਣਿਆ ਪੁੱਤਰ ਇਹਨਾਂ 2 ਪੁਆਇੰਟ ਦਾ, ਡੈਟ ਇਜ਼ x' - x डिवाइड बाय टाइम डिफरेंस लिखता T' बाय
ਮਾਈਨਸ ਟੀ, ਇਹਨਾਂ ਦੋਨੋਂ ਆਪਾਂ ਡਿਵਾਈਡ ਕਰਤਾ, ਸੋ ਆਪਾਂ ਨੂੰ ਸਲੋਪ ਦੇਗਾ। ਸੋ ਜਿਹੜੀ ਇਕੁਏਸ਼ਨ ਆਪਣੇ ਕੋਲ ਬਣ ਕੇ ਆਈ, ਇਹ ਇਕੁਏਸ਼ਨ ਕੀ ਹੈ, ਵੈਲੋਸਿਟੀ ਆਫ ਦ ਯੂਨੀਫਾਰਮ ਮੋਸ਼ਨ ਇਜ਼ ਇਕੁਅਲ ਟੂ ਦ ਸਲੋਪ ਆਫ ਦ ਟਾਈਮ ਗ੍ਰਾਫ। ਹੁਣ ਵੈਲੋਸਿਟੀ ਕਿੰਦੇ ਬਰਾਬਰ ਹੋਏਗੀ ਆਪਣੇ ਕੋਲ, ਵੈਲੋਸਿਟੀ ਰਾਜੇ ਬਰਾਬਰ ਹੋਏਗੀ ਕਿੰਨਾ ਸਲੋਪ ਆ ਰਿਹਾ ਪੋਜੀਸ਼ਨ ਟਾਈਮ ਗ੍ਰਾਫ ਦਾ। ਉਸ ਤੋਂ ਅੱਗੇ ਆਪਣੇ ਕੋਲ ਅਗਲਾ ਟੌਪਿਕ ਹੈ